ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਆਇਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਸਮਾਂ ਕੁਝ ਮਹੀਨੇ ਪਹਿਲਾਂ ਦਾ ਹੈ ਔਰ ਸਥਾਨ ਹੈ ਸਿਸਵਾਂ, ਕੈਪਟਨ ਅਮਰਿੰਦਰ ਸਿੰਘ ਦੀ ਪ੍ਰਾਈਵੇਟ ਰਿਹਾਇਸ਼। ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਗੈਰ ਰਸਮੀ ਮੁਲਾਕਾਤ ਵਿੱਚ ਬਗਲਗੀਰ ਨੇ। ਚਾਹ ਦੇ ਰਸਮੀ ਕੱਪ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪੇਸ਼ਕਸ਼ ਕਰਦੇ ਆ ਨਵਜੋਤ ਸਿੰਘ ਸਿੱਧੂ ਨੂੰ ਕਿ ਪੁਰਾਣੇ ਮਸਲੇ ਛੱਡ ਦਿੰਨੇ ਆ, ਤੁਸੀਂ ਜੋ ਚਾਹੋ ਤੁਹਾਨੂੰ ਪੇਸ਼ਕਸ਼ ਕਰਦਾ ਹੈ ਮੈਂ, ਤੁਸੀਂ ਜਿਹੜਾ ਮਹਿਕਮਾ ਚਾਹੋ ਲੈ ਸਕਦੇ ਹੋ। ਮੇਰੀ ਕੋਈ ਵੀ ਹਉਮੈ, ਕੋਈ ਵੀ ਈਗੋ ਕਿਸੇ ਵੀ ਤਰ੍ਹਾਂ ਦੀ ਨਹੀਂ ਹੈ ਔਰ ਤੁਸੀਂ ਅੱਗੇ ਵਧੋ, ਮੈਂ ਪੂਰੀ ਤਰ੍ਹਾਂ ਤੁਹਾਨੂੰ ਸਮਰਥਨ ਕਰਦਾ। ਨਵਜੋਤ ਸਿੰਘ ਸਿੱਧੂ 2 ਦਿਨ ਦਾ ਸਮਾਂ ਮੰਗ ਲੈਂਦੇ ਆ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਆਖਦੇ ਆ ਕਿ 2 ਦਿਨ ਕਿਉਂ, ਆਪਾਂ ਹੁਣੇ ਫੈਸਲਾ ਕਰਦੇ ਆ, ਮੈਂ ਪੂਰੀ ਤਰ੍ਹਾਂ ਤੁਹਾਨੂੰ ਸਮਰਥਨ ਕਰਦਾ। ਤੁਸੀਂ ਸਰਕਾਰ 'ਚ ਜੋ ਵੀ ਚਾਹੋ, ਜਿਹੜਾ ਪੋਰਟਫੋਲੀਓ ਚਾਹੋ, ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਚਾਹੋ, ਉਹ ਤੁਹਾਨੂੰ ਦਿੱਤੀ ਜਾਂਦੀ। ਲੇਕਿਨ ਨਵਜੋਤ ਸਿੰਘ ਸਿੱਧੂ ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ 2 ਦਿਨ ਦਾ ਸਮਾਂ ਮੰਗ ਕੇ ਵਾਪਸ ਪਰਤ ਆਉਂਦੇ ਆ ਤੇ ਉਸ ਤੋਂ ਬਾਅਦ ਅਗਲੀ ਮੀਟਿੰਗ ਨਹੀਂ ਹੋ ਪਾਉਂਦੀ। ਇਸੇ ਤਰ੍ਹਾਂ ਇੱਕ ਦੂਜੀ ਮੀਟਿੰਗ ਜਿਹੜੀ ਕਿ ਜਨਪਥ ਤੇ ਹੈ, ਉੱਥੇ ਕੈਪਟਨ ਅਮਰਿੰਦਰ ਸਿੰਘ ਨਾਲ ਇਹ ਗੱਲ ਕੀਤੀ ਜਾ ਰਹੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਬਣਾਏ ਜਾਣ ਦੇ ਹੱਕ ਵਿੱਚ ਸਹਿਮਤੀ ਨਹੀਂ ਦਿੰਦੇ। ਉਹ ਕਹਿੰਦੇ ਨੇ ਕਿ ਮੈਂ ਨਿੱਜੀ ਤੌਰ ਤੇ ਜੇ ਮੇਰੀ ਰਾਏ ਪੁੱਛਦੇ ਹੋ ਤਾਂ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਨੂੰ ਬਹੁਤਾ ਸੁਖਾਲੇ ਢੰਗ ਨਾਲ ਅੱਗੇ ਵਧਦਿਆਂ ਨਹੀਂ ਵੇਖਦਾ, ਕਿਉਂਕਿ ਉਹਨਾਂ ਦੇ ਸੁਭਾਅ ਅਨੁਸਾਰ ਉਹਨਾਂ ਨੇ ਕਦੋਂ ਕੀ ਕਹਿ ਦੇਣਾ ਮੈਂ ਇਹਦੀ ਜ਼ਿੰਮੇਵਾਰੀ ਨਹੀਂ ਲੈਂਦਾ ਔਰ ਇਲੈਕਸ਼ਨ ਦੇ ਨੇੜੇ ਹੋਣ ਵਾਲੀ ਕਿਰਕਰੀ ਤੋਂ ਬਚਣ ਲਈ ਹੋਰ ਕੋਈ ਤਰੀਕਾ ਨਹੀਂ ਹੋਊਗਾ। ਲੇਕਿਨ ਤੁਸੀਂ ਅਥਾਰਟੀ ਹੋ, ਜੋ ਵੀ ਫੈਸਲਾ ਲਓਗੇ ਮੈਂ ਉਹਦੇ ਨਾਲ ਸਹਿਮਤ ਹੋਵਾਂਗਾ, ਉਹਦੇ ਤੇ ਫੁੱਲ ਚੜਾਵਾਂਗਾ। ਲੇਕਿਨ ਜੇ ਤੁਸੀਂ ਮੇਰੀ ਸਹਿਮਤੀ ਚਾਹੁੰਦੇ ਹੋ ਤਾਂ ਮੈਂ ਇਹਦੇ ਲਈ ਸਹਿਮਤੀ ਦੇਣ ਨੂੰ ਤਿਆਰ ਨਹੀਂ। ਇਹੀ ਗੱਲ ਉਹ ਆ ਕੇ ਬਾਹਰ ਪ੍ਰੈਸ ਨਾਲ ਕਰਦੇ ਆ। ਤੇ ਅੱਜ ਕਈ ਦਿਨ ਬੀਤਣ ਤੋਂ ਬਾਅਦ ਜਦੋਂ ਅਜੇ ਵੀ ਮੰਥਨ ਜਾਰੀ ਆ ਕਿ ਸਿੱਧੂ ਨੂੰ ਕਿਹੜੀ ਭੂਮਿਕਾ ਦਿੱਤੀ ਜਾਵੇ, ਪੰਜਾਬ ਦੇ ਵਿੱਚ ਫੇਰ ਬਦਲ ਕਿਹੋ ਜਿਹੇ ਹੋਣ, ਸੰਗਠਨ ਕਿਵੇਂ ਬਦਲਿਆ ਜਾਵੇ, ਤਾਂ ਉਹ ਦੋ ਘਟਨਾਵਾਂ ਮੂਹਰੇ ਆ ਖਲੋਂਦੀਆਂ ਨੇ। ਪਹਿਲੀ ਘਟਨਾ ਮੈਨੂੰ ਇੱਕ ਬਹੁਤ ਸੀਨੀਅਰ ਸਾਬਕਾ ਪੋਲੀਟੀਸ਼ੀਅਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਗੈਰ ਰਸਮੀ ਮੁਲਾਕਾਤ ਦੇ ਵਿੱਚ ਇਹ ਚੀਜ਼ਾਂ ਦੱਸਦੇ ਆ ਉਹ। ਤੇ ਦੂਜਾ ਸਵਾਲ ਇਹ ਵੀ ਇੱਕ ਬਹੁਤ ਵੱਡੇ ਪੋਲੀਟੀਸ਼ੀਅਨ ਨੇ ਰਿਵੀਲ ਕੀਤਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨੇੜੇਲੇ ਹਲਕਿਆਂ 'ਚ ਮੰਨੇ ਜਾਂਦੇ ਆ, ਜਿਨ੍ਹਾਂ ਨਾਲ ਉਹ ਦਿਲ ਫਰੋਲ ਲੈਂਦੇ। ਸੋ ਸਵਾਲ ਇਹ ਆ ਕਿ ਸਾਰੇ ਮੰਥਨ ਤੋਂ ਬਾਅਦ ਜੇ ਅਜੇ ਫੈਸਲਾ ਨਹੀਂ ਹੋ ਪਾ ਰਿਹਾ ਤਾਂ ਅਜੇ ਵੀ ਇਸ ਗੱਲ ਤੇ ਆ ਕਿ ਦੋਨਾਂ ਨੂੰ ਸਹਿਮਤ ਕਰਕੇ ਕੋਈ ਮਸਲਾ ਹੱਲ ਕੀਤਾ ਜਾਵੇ ਤਾਂ ਕਿ ਅਨਾਉਂਸਮੈਂਟ ਤੋਂ ਬਾਅਦ ਪੈਣ ਵਾਲੇ ਨਵੇਂ ਕਲੇਸ਼ ਜਿਨ੍ਹਾਂ ਨੇ ਤੁਰੰਤ ਨਵੇਂ ਵਿਵਾਦ ਖੜੇ ਕਰ ਦੇਣੇ ਉਹਨਾਂ ਤੋਂ ਬਚਿਆ ਜਾ ਸਕੇ। ਇਹਦੇ ਤੇ ਗੱਲ ਕਰਾਂਗੇ। ਲੇਕਿਨ ਇਸ ਤੋਂ ਅਗਲਾ ਸਵਾਲ ਕਿ ਕੀ ਕੈਪਟਨ ਅਮਰਿੰਦਰ ਸਿੰਘ ਦੇ ਕਰਜ਼ੇ ਮੁਆਫੀ ਵਾਲਾ ਮਸਲਾ ਇਹ ਵੀ ਉਹਨਾਂ 18 ਨੁਕਾਤੀ ਪ੍ਰੋਗਰਾਮਾਂ ਦੇ ਪ੍ਰੈਸ਼ਰ ਜਿਹੜਾ ਪੂਰੀ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਹਾਈ ਕਮਾਂਡ ਦਾ ਪ੍ਰੈਸ਼ਰ ਆ ਉਹਦੇ ਕਰਕੇ। ਤੀਜੀ, ਜਿਹੜੇ ਸਟੇਟਸ ਰਿਪੋਰਟਾਂ ਡਰੱਗ ਮਾਮਲਿਆਂ ਦੇ ਵਿੱਚ, ਨਸ਼ਿਆਂ ਦੇ ਮਾਮਲਿਆਂ 'ਚ ਹਾਈ ਕੋਰਟ 'ਚ ਲੰਬਿਤ ਪਈਆਂ ਨੇ, ਕਿ ਜੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਸਿਆਸਤ ਕੀਤੀ ਸੀ 2017 ਤੋਂ ਪਹਿਲਾਂ, ਕੀ ਉਹ ਲੰਬਿਤ ਪਏ ਉਹ ਮਸਲੇ, ਉਹ ਸਟੇਟਸ ਰਿਪੋਰਟਾਂ ਜਿਹਦੇ 'ਚ ਈਡੀ ਦੀਆਂ ਵੀ ਨੇ, ਜਿਹਦੇ ਵਿੱਚ STF ਦੀਆਂ ਵੀ ਨੇ, ਜਿਹਦੇ ਵਿੱਚ ਕੁਝ ਹੋਰ ਏਜੰਸੀਆਂ ਦੀਆਂ ਵੀ ਨੇ, ਕਿ ਉਹਨਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਆਪਣੀ ਲੀਗਲ ਟੀਮ ਨੂੰ, ਜਿਹੜੇ ਇੱਕ ਜੰਬੋ 100 ਦੇ ਕਰੀਬ ਜਿਹੜੇ ਐਡਵਾਈਜ਼ਰ ਨੇ ਲੀਗਲ, ਉਹਨਾਂ ਨੂੰ ਅੱਗੇ ਵਧਣ ਲਈ ਕਹਿ ਸਕਦੇ ਆ? ਇਹੀ ਮਸਲੇ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਉਠਾਉਂਦੇ ਆ ਦੋ ਧਿਰੀ ਲੜਾਈ 'ਚ। ਲੇਕਿਨ ਮੈਂ ਮੁੜ ਕੇ ਆਉਣਾ ਚਾਹੂੰਗਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੀ ਕਰਜ਼ਾ ਮੁਆਫੀ ਦੀ ਅਨਾਉਂਸਮੈਂਟ ਕਰਦੇ ਆ, ਇਹਦੇ ਤੋਂ ਸ਼ੁਰੂ ਕਰਿਓ ਕਾਈਂਡਲੀ। ਦੇਖੋ ਰੰਧਾਵਾ ਜੀ, ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜਾ 18 ਨੁਕਾਤੀ ਪ੍ਰੋਗਰਾਮ ਦਿੱਤਾ ਸੀ ਹਾਈ ਕਮਾਂਡ ਨੇ, ਉਸ ਤੇ ਕੋਸ਼ਿਸ਼ ਹੋ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਤੋਂ, ਉਹਨਾਂ ਵੱਲੋਂ, ਕਿ ਬੜੀ ਤੇਜ਼ੀ ਨਾਲ ਕੰਮ ਕੀਤਾ ਜਾਵੇ। ਕੱਲ ਇੱਕ ਉੱਚ ਪੱਧਰੀ ਮੀਟਿੰਗ ਹੁੰਦੀ ਹੈ, ਉਹ 'ਚ ਮਨਪ੍ਰੀਤ ਸਿੰਘ ਬਾਦਲ ਜਿਹੜੇ ਫਾਈਨੈਂਸ ਮਿਨਿਸਟਰ ਨੇ ਔਰ ਖਾਸ ਤੌਰ ਤੇ ਜਿਹੜੇ ਸਹਿਕਾਰਤਾ ਮੰਤਰੀ ਨੇ, ਕੋਆਪਰੇਸ਼ਨ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ, ਉਹ ਹੁੰਦੇ ਨੇ ਤੇ ਬਾਕੀ ਤਮਾਮ ਅਫਸਰ ਸ਼ਾਮਲ ਹੁੰਦੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਇਹ
ਮੀਟਿੰਗ ਹੁੰਦੀ ਆ। ਉਸ ਦੇ ਵਿੱਚ ਫੈਸਲਾ ਕੀ ਲਿਆ ਜਾਂਦਾ? ਫੈਸਲਾ ਲਿਆ ਜਾਂਦਾ ਕਿ ਜਿਹੜੇ ਮਜ਼ਦੂਰ ਨੇ, ਖੇਤ ਮਜ਼ਦੂਰ ਜਾਂ ਜਿਹੜੇ ਬੇਜ਼ਮੀਨੇ ਕਿਸਾਨ ਨੇ, ਉਹਨਾਂ ਦੇ ਕਰਜ਼ਾ ਮਾਫੀ ਦੀ ਗੱਲ ਹੁੰਦੀ ਆ। ਰੰਧਾਵਾ ਜੀ, ਮੈਂ ਥੋੜਾ ਜਿਹਾ ਇੱਥੇ ਦੱਸਦਾ ਆਪਣੇ ਸਾਰੇ ਤਮਾਮ ਜਿਹੜੇ ਸਾਨੂੰ ਦਰਸ਼ਕ ਵੇਖ ਰਹੇ ਨੇ ਪੂਰੀ ਦੁਨੀਆ ਦੇ ਵਿੱਚ, ਕਿ ਲਗਭਗ 10,25,000 ਜਿਹੜੇ ਕਿਸਾਨ ਸੀ, ਉਹਨਾਂ ਦੀ ਕਰਜ਼ਾ ਮਾਫੀ ਦੀ ਗੱਲ ਹੋਈ ਸੀ, ਤੇ ਉਹਨਾਂ ਦੀ ਜਿਹੜੀ ਕਰਜ਼ਾ ਮਾਫੀ ਸੀ ਉਹ 10,000 ਕਰੋੜ ਦੀ ਸੀ। ਹੁਣ ਜੇ ਤੁਸੀਂ ਅੱਗੇ ਆਓ, ਉਹਨਾਂ ਚੋਂ ਆਲਰੇਡੀ 5,64,000 ਕਰੀਬ ਦੇ ਕਿਸਾਨਾਂ ਨੂੰ ਲਾਭ ਮਿਲ ਚੁੱਕਾ। ਇਸ ਤੋਂ ਇਲਾਵਾ ਰੰਧਾਵਾ ਜੀ 1,13,000 ਜਿਹੜੇ ਕਿਸਾਨ ਸੀ, ਉਹਨਾਂ ਨੂੰ ਵੀ ਲਾਭ ਮਿਲਣਾ ਸੀ। ਲਗਭਗ ਉਹਨਾਂ ਦਾ 1198 ਕਰੋੜ ਦਾ ਕਰਜ਼ਾ ਮਾਫ ਹੋਣਾ ਸੀ। ਇਹ ਕਦੋਂ ਹੁੰਦਾ, ਇਸ ਬਾਰੇ ਹਜੇ ਫੈਸਲਾ ਨਹੀਂ ਲਿਆ ਗਿਆ, ਲੇਕਿਨ ਹਾਂ, ਜਿਹੜਾ ਖੇਤ ਮਜ਼ਦੂਰਾਂ ਵਾਲਾ, ਉਹਨਾਂ ਬਾਰੇ ਫੈਸਲਾ ਲੈ ਲਿਆ ਗਿਆ। ਮੈਂ ਥੋੜਾ ਜਿਹਾ ਇਸ 'ਚ ਵੀ ਸਪਸ਼ਟ ਕਰਦਾ ਕਿ ਇਹ ਜਿਹੜੇ ਬੇਜ਼ਮੀਨੇ ਕਿਸਾਨ ਨੇ ਜਾਂ ਮਜ਼ਦੂਰ ਨੇ, ਇਹ ਜਿਹੜੀਆਂ ਸਾਡੀਆਂ ਪ੍ਰਾਇਮਰੀ ਐਗਰੀਕਲਚਰਲ ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਨੇ ਸਹਿਕਾਰਤਾ ਦੇ, ਉਹਨਾਂ ਅਧੀਨ ਜਿਨ੍ਹਾਂ ਨੇ ਸਨ 2019 ਤੱਕ ਕਰਜ਼ਾ ਲਿਆ ਸੀ, ਇਹ ਉਹਨਾਂ ਦਾ ਕਰਜ਼ਾ ਮਾਫ ਹੋਏਗਾ। ਤੇ ਉਹਦੇ ਲਈ ਕੈਪਟਨ ਅਮਰਿੰਦਰ ਸਿੰਘ ਨੇ 590 ਕਰੋੜ ਦਾ ਜਿਹੜਾ ਹੈਗਾ ਉਹ ਟੀਚਾ ਰੱਖਿਆ, ਜੋ ਉਹਨਾਂ ਨੂੰ ਮੁਹੱਈਆ ਕਰਵਾਉਣਗੇ, ਜਿਹਦੇ ਨਾਲ ਲਗਭਗ 2,85,325 ਦੇ ਕਰੀਬ ਇਹ ਸਾਰੇ ਜਿਹੜੇ ਆ ਉਹਨਾਂ ਨੂੰ ਫਾਇਦਾ ਹੋਏਗਾ। ਤੇ ਹਰੇਕ ਨੂੰ ਉਮੀਦ ਕੀਤੀ ਜਾਂਦੀ ਹੈ ਕਿ 20,000 ਤੱਕ ਦਾ ਫਾਇਦਾ ਹੋਏਗਾ। ਮੈਂ ਅੰਕੜੇ ਤਾਂ ਤੁਹਾਨੂੰ ਦੇਤੇ, ਔਰ ਅੰਕੜੇ ਦੱਸੇ ਵੀ ਗਏ ਆ, ਸਰਕਾਰ ਵੱਲੋਂ ਵੀ ਦੱਸੇ ਗਏ ਆ। ਪਰ ਆਮ ਤੌਰ ਤੇ ਰੰਧਾਵਾ ਜੀ, ਤੁਸੀਂ ਦੇਖਿਆ ਹੋਣਾ ਵੀ ਅੰਕੜੇ ਬਹੁਤ ਸਰਕਾਰਾਂ ਵੱਲੋਂ ਪੇਸ਼ ਕੀਤੇ ਜਾਂਦੇ ਆ, ਲੇਕਿਨ ਜਿਹੜੇ ਲਾਭ ਪਾਤਰ ਹੁੰਦੇ ਆ ਜਾਂ ਜਿਹਨਾਂ ਨੂੰ ਫਾਇਦਾ ਮਿਲਣਾ ਹੁੰਦਾ, ਉਹਨਾਂ ਤੱਕ ਇਹ ਚੀਜ਼ਾਂ ਪਹੁੰਚਦੀਆਂ ਨੇ। ਇਹ ਪਹੁੰਚਾਉਣੀਆਂ ਬਹੁਤ ਜ਼ਰੂਰੀ ਆ, ਉਹਨਾਂ ਨੂੰ ਲਾਭ ਮਿਲਣਾ ਬਹੁਤ ਜ਼ਰੂਰੀ ਆ। ਐਲਾਨ ਤਾਂ ਆਮ ਤੌਰ ਤੇ ਸਰਕਾਰਾਂ ਕਰ ਦਿੰਦੀਆਂ। ਵੈਸੇ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਦਾ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਐਲਾਨ ਹੋਏ ਸੀ ਤੇ ਸਰਕਾਰ ਨੇ 9-10 ਕਰੋੜ ਰੁਪਇਆ ਖਰਚ ਕੇ ਵੱਡੇ ਵੱਡੇ ਸਮਾਗਮ ਕੀਤੇ ਸੀ। ਖੈਰ ਉਸ ਤੋਂ ਬਾਅਦ ਹੋਇਆ ਨਹੀਂ। ਵੈਸੇ ਮੈਂ ਇਹਦੇ 'ਚ ਇੱਕ ਗੱਲ ਹੋਰ ਵੀ ਰੰਧਾਵਾ ਜੀ ਐਡ ਕਰਦਾ ਕਿ ਇਹ ਜਿਹੜਾ 590 ਕਰੋੜ ਮਜ਼ਦੂਰਾਂ ਤੇ ਖੇਤ ਜਿਹੜੇ ਬੇਜ਼ਮੀਨੇ ਕਿਸਾਨ ਨੇ, ਉਹਨਾਂ ਨੂੰ ਦੇਣਾ, ਉਸ ਲਈ ਸਮਾਗਮ ਜਿਹੜਾ ਰੱਖਿਆ ਗਿਆ ਉਹ 20 ਅਗਸਤ ਨੂੰ ਰੱਖਿਆ ਗਿਆ। 20 ਅਗਸਤ ਦੀ ਵੀ ਮੈਂ ਇੰਪੋਰਟੈਂਸ ਦੱਸ ਦਿੰਦਾ, ਕਿਉਂਕਿ ਉਸ ਦਿਨ ਜਿਹੜੇ ਮਰਹੂਮ ਰਾਜੀਵ ਗਾਂਧੀ ਨੇ, ਪ੍ਰਧਾਨ ਮੰਤਰੀ ਸਾਬਕਾ, ਉਹਨਾਂ ਦਾ ਉਸ ਦਿਨ ਵਰ੍ਹੇਗੰਢ ਆ, ਇਸ ਕਰਕੇ 20 ਅਗਸਤ ਨੂੰ ਇਹ ਸਮਾਗਮ ਰੱਖਿਆ ਗਿਆ। ਉਸ ਦਿਨ ਇਸ ਦੀ ਅਨਾਉਂਸਮੈਂਟ ਹੋਣੀ ਆ। ਹੁਣ ਕੀ ਗੱਲ ਆ ਕਿ ਤੁਹਾਨੂੰ ਪਤਾ, ਜਦੋਂ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ, ਕਿਸਾਨੀ ਸੰਘਰਸ਼ ਦੌਰਾਨ ਇਹ ਗੱਲ ਬੜੀ ਆ ਰਹੀ ਹੈ ਕਿ ਉਹ ਮਜ਼ਦੂਰਾਂ ਨੂੰ, ਬੇਜ਼ਮੀਨੇ ਕਿਸਾਨਾਂ ਨੂੰ ਨਾਲ ਲੈ ਕੇ ਚੱਲ ਰਿਹਾ, ਤੇ ਇਹ ਅੰਦੋਲਨ ਬਹੁਤ ਵੱਡੇ ਪੱਧਰ ਤੇ ਫੈਲ ਗਿਆ ਪੂਰੇ ਭਾਰਤ ਵਿੱਚ ਵੀ। ਪੰਜਾਬ 'ਚ, ਹਰਿਆਣਾ 'ਚ, ਰਾਜਸਥਾਨ 'ਚ, ਪੱਛਮੀ ਉੱਤਰ ਪ੍ਰਦੇਸ਼ 'ਚ ਤਾਂ ਇਹਨੇ ਪੈਰ ਪਸਾਰ ਹੀ ਲਏ ਆ। ਸੋ ਉਹਨਾਂ ਨੂੰ ਵੀ ਜਿੱਤਣਾ, 18 ਜਿਹੜਾ ਪ੍ਰੋਗਰਾਮ ਦਿੱਤਾ ਕਾਂਗਰਸ ਹਾਈ ਕਮਾਂਡ ਵੱਲੋਂ, ਉਸ ਦਾ ਵੀ ਧਿਆਨ ਰੱਖਣਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਾਧਨ ਲਈ ਕੱਲ ਇਹ ਬੜੀ ਇੰਪੋਰਟੈਂਟ ਅਨਾਉਂਸਮੈਂਟ ਹੋਈ ਆ ਕਿ 6-7 ਮਹੀਨਿਆਂ 'ਚ ਇਹ ਸਾਰਾ ਕੁਝ ਥੱਲੇ ਤੱਕ ਪਹੁੰਚ ਜਾਊਗਾ। ਸਾਰੇ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਫਾਇਦੇ ਮਿਲ ਜਾਣਗੇ। ਇਹ ਆਪਾਂ ਨੂੰ ਦੇਖਣਾ ਜੀ। ਇਹ ਉਹੀ ਰਾਜੀਵ ਗਾਂਧੀ ਨੇ ਜਿਨ੍ਹਾਂ ਨੇ ਇੱਕ ਵਾਰੀ ਕਿਹਾ ਸੀਗਾ ਕਿ ਅਸੀਂ ਉੱਪਰੋਂ 1 ਰੁਪਈਆ ਭੇਜਦੇ ਹਾਂ ਤੇ ਥੱਲੇ ਕੁਝ ਕੁ ਪੈਸੇ ਹੀ ਪਹੁੰਚਦੇ ਆ। ਇਹ ਉਹੀ ਰਾਜੀਵ ਗਾਂਧੀ ਨੇ ਜਿਹੜੇ ਸਿੱਖ ਮਾਨਸਿਕਤਾ ਤੇ ਇੱਕ ਵੱਡਾ ਸੱਲ ਛੱਡ ਦਿੰਦੇ ਆ, ਜ਼ਖਮ ਛੱਡ ਦਿੰਦੇ ਆ, ਜਦੋਂ ਕਹਿੰਦੇ ਆ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਆ। ਇਹ ਉਹੀ ਰਾਜੀਵ ਗਾਂਧੀ ਨੇ ਜਿਨ੍ਹਾਂ ਦੇ ਰਾਜਕਾਲ ਦੇ ਵਿੱਚ ਕਈ ਕੁਝ ਗਲਤ ਹੁੰਦਾ ਰਿਹਾ। ਖੈਰ, ਕੈਪਟਨ ਅਮਰਿੰਦਰ ਸਿੰਘ ਇਹ ਆਪਣੇ ਕਿਹੜੇ ਹਿੱਤ ਸਾਧਣਗੇ ਇਸ ਦਿਨ ਨੂੰ ਚੁਣ ਕੇ, ਜਾਂ ਹਾਈ ਕਮਾਂਡ ਨੂੰ ਹੀ ਖੁਸ਼ ਕਰਨਗੇ, ਇਹ ਇੱਕ ਅਲੱਗ ਦਾ ਵਿਸ਼ਾ। ਲੇਕਿਨ ਜਿਹੜੀ ਗੱਲ ਮੈਂ ਸਭ ਤੋਂ ਪਹਿਲਾਂ ਕੀਤੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਸਿੱਧੂ ਨੂੰ ਸਾਫ਼ ਪੇਸ਼ਕਸ਼ ਕੀਤੀ ਸੀ ਰਲ ਕੇ ਚੱਲਣ ਦੀ, ਔਰ ਇਹ ਵੀ ਕਿਹਾ ਸੀ ਕਿ ਆਪਣੀ ਮਨਮਰਜ਼ੀ ਦੇ ਪੋਰਟਫੋਲੀਓ ਲਓ ਤੇ ਮਨਮਰਜ਼ੀ ਨਾਲ ਆਪਣੇ ਜਿਹੜੇ ਤੁਸੀਂ ਮੁੱਦੇ ਸਮਝਦੇ ਹੋ ਉਹਨਾਂ ਤੇ ਅੱਗੇ ਵਧੋ, ਮੈਂ ਤੁਹਾਡਾ ਬਿਨਾਂ ਸ਼ਰਤ ਸਮਰਥਨ ਕਰਦਾ ਹਾਂ। ਇਹ ਉਹਨਾਂ ਨੇ ਗੈਰ ਰਸਮੀ ਗੱਲਬਾਤ ਦੇ ਵਿੱਚ ਗੱਲ ਸਾਂਝੀ ਕੀਤੀ। ਹੁਣ ਮੈਨੂੰ ਇਹ ਦੱਸੋ ਕਿ ਨਵਜੋਤ ਸਿੰਘ ਸਿੱਧੂ ਦੇ ਉਹ ਕਿਹੜੇ ਡਰ ਸੀ, ਉਹ ਕੈਪਟਨ ਅਮਰਿੰਦਰ ਸਿੰਘ ਨਾਲ ਚੱਲਣ ਤੋਂ ਪਾਸਾ ਵੱਟ ਗਏ, ਕੰਨੀ ਕਰ ਗਏ। ਅੱਜ ਉਹਦੇ ਕਿਹੜੇ ਡਰ ਆ ਨਵਜੋਤ ਸਿੰਘ ਸਿੱਧੂ ਦੇ ਕਿ ਉਹ ਕਿਸੇ ਮੁੱਦੇ ਤੇ ਪਹੁੰਚਣ ਤੋਂ ਪਹਿਲਾਂ ਹਾਈ ਕਮਾਂਡ ਤੋਂ ਗਰੰਟੀ ਚਾਹੁੰਦੇ ਆ। ਕੈਪਟਨ ਅਮਰਿੰਦਰ ਸਿੰਘ ਵੀਟੋ ਕਰ ਰਹੇ ਆ ਅਜੇ ਵੀ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨੂੰ। ਹਾਲਾਂਕਿ ਇਸ ਗੱਲ ਨੂੰ ਪ੍ਰਚਾਰਿਆ ਨਹੀਂ ਗਿਆ, ਲੇਕਿਨ ਅੰਦਰੋਂ ਵੀਟੋ ਕਰਕੇ ਆਏ ਆ। ਅਜੇ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਵਿੱਚ ਪਾ ਕੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਨੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਉੱਤੇ ਸਹਿਮਤ ਹੋ ਜਾਣ ਤੇ ਅਗਲੇ ਦਿਨਾਂ 'ਚ ਕਲੇਸ਼ ਘਟ ਜੇ। ਮੈਨੂੰ ਹੁਣ ਸਾਰੀਆਂ ਅਖਬਾਰਾਂ ਦੀ ਜਿਹੜੀ ਅੱਜ ਦੀ ਸੁਰਖੀ ਮੈਂ ਵੀ ਦੇਖ ਰਿਹਾ ਸੀ, ਅੰਗਰੇਜ਼ੀ ਦੀਆਂ ਵੱਡੀਆਂ ਅਖਬਾਰਾਂ ਨੇ ਆਪਣੇ ਤੌਰ ਤਰੀਕਿਆਂ ਦੀਆਂ ਕਹਾਣੀਆਂ ਦਿੱਤੀਆਂ ਨੇ। ਕੀ ਕਹਿੰਦੇ ਹੋ
ਹੁਣ ਗੱਲ ਕਿੱਥੇ ਫਸ ਗਈ? ਰੰਧਾਵਾ ਜੀ, ਇਸ ਗੱਲ ਦੇ ਵਿੱਚ ਬੜੀਆਂ ਕੰਟਰਡਿਕਸ਼ਨਸ ਨੇ। ਕੰਟਰਡਿਕਸ਼ਨਸ ਨੇ ਆਪਸ ਦੇ ਵਿੱਚ ਵੀ, ਥੋੜੇ ਵਿਵਾਦ ਇਸ ਕਰਕੇ ਨੇ ਕਿ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਤੁਸੀਂ ਜੋ ਮਰਜ਼ੀ ਕਰ ਲਓ, ਸਰਕਾਰ ਦੇ ਵਿੱਚ ਜੋ ਮਰਜ਼ੀ ਅਹੁਦਾ ਲੈ ਲਓ। ਦੂਸਰੇ ਪਾਸੇ ਇਹ ਕਹਿੰਦੇ ਨੇ, ਜਿਹੜੀਆਂ ਗੱਲਾਂ ਆ ਰਹੀਆਂ, ਜੋ ਲੱਗ ਰਿਹਾ ਕਿ ਨਹੀਂ, ਪ੍ਰਧਾਨ ਨਹੀਂ ਮੈਂ ਇਹਨਾਂ ਨੂੰ ਬਣ ਦੇਣਾ। ਜੇ ਤੁਸੀਂ ਸਰਕਾਰ ਦੇ ਵਿੱਚ ਕੋਈ ਵੀ ਅਹੁਦਾ ਦੇਣ ਨੂੰ ਤਿਆਰ ਹੋ, ਹਾਲਾਂਕਿ ਤੁਹਾਨੂੰ ਪਤਾ ਹੋਣਾ, ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਈ ਵਾਰੀ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਸਾਫ਼ ਤੇ ਸਪਸ਼ਟ ਕੀਤਾ ਕਿ ਉਹਨਾਂ ਨੇ ਕਦੇ ਵੀ ਕਿਸੇ ਅਹੁਦੇ ਦੀ ਮੰਗ ਨਹੀਂ ਕੀਤੀ। ਨਾ ਉਹਨਾਂ ਨੇ ਡਿਪਟੀ ਮੁੱਖ ਮੰਤਰੀ, ਡਿਪਟੀ ਚੀਫ ਮਿਨਿਸਟਰ ਬਣਨ ਦੀ ਗੱਲ ਕਹੀ ਆ, ਨਾ ਉਹਨਾਂ ਨੇ ਪ੍ਰਧਾਨ ਬਣਨ ਦੀ ਗੱਲ ਕਹੀ ਆ। ਜਦੋਂ ਤੁਹਾਨੂੰ ਯਾਦ ਹੋਣਾ, ਇਹ ਸਥਾਨਕ ਮੰਤਰੀ ਸੀ, ਲੋਕਲ ਗਵਰਨਮੈਂਟ ਮਿਨਿਸਟਰ ਸੀ, ਉਹ ਵੀ ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਜਾਣਾ ਪਿਆ ਸੀ। ਹਾਲਾਂਕਿ ਉਸ ਤੋਂ ਬਾਅਦ ਇਹਨਾਂ ਨੂੰ ਬਿਜਲੀ ਦਾ ਮਹਿਕਮਾ ਵੀ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਨੇ ਲਿਆ ਸੀ ਕਿ ਮਾਯੂਸ ਇੰਨੇ ਹੋ ਗਏ ਸੀ। ਉਹਨਾਂ ਨੂੰ ਪਤਾ ਇਹ ਲੱਗ ਗਿਆ ਸੀ ਕਿ ਜੇ ਫਾਈਲਾਂ ਤੁਰਨੀਆਂ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਬਗੈਰ ਫਾਈਲਾਂ ਨਹੀਂ ਤੁਰ ਸਕਦੀਆਂ। ਜੇ ਅਫਸਰ ਸ਼ਾਹੀ ਨੇ ਮੇਰੀ ਸੁਣਨੀ ਆ ਜਾਂ ਬਿਊਰੋਕ੍ਰੇਸੀ ਨੇ ਸੁਣਨੀ ਆ, ਤੇ ਜੇ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹਣਗੇ ਤਾਂ ਮੈਂ ਕੁਝ ਨਹੀਂ ਕਰ ਸਕਦਾ। ਇਹ ਗੱਲਾਂ ਉਹਨਾਂ ਨੂੰ ਭਲੀ ਭਾਂਤੀ ਪਤਾ ਲੱਗ ਗਈਆਂ ਸੀ। ਤੁਸੀਂ ਯਾਦ ਕਰੋ, ਜਦੋਂ ਰਜਿੰਦਰ ਕੌਰ ਭੱਠਲ ਪਿਛਲੀ ਟਰਮ ਦੇ ਵਿੱਚ ਉਹ ਜਾ ਕੇ ਦਿੱਲੀ ਬੈਠ ਗਏ ਸੀ ਆਪਣੇ ਕਈ ਐਮਐਲਏ ਨੂੰ ਲੈ ਕੇ, ਤੇ ਫਾਈਨਲੀ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਸੀ। ਲੇਕਿਨ ਉਹ ਇੱਕ ਤਰ੍ਹਾਂ ਦਾ ਔਰਨਾਮੈਂਟਲ, ਜਿਵੇਂ ਇੱਕ ਸ਼ਿੰਗਾਰ ਵਾਲਾ ਅਹੁਦਾ ਸੀ, ਕਰ ਉਹ ਵੀ ਨਹੀਂ ਕੁਛ ਸਕੇ ਸੀ। ਇਹ ਸਾਰਿਆਂ ਨੂੰ ਪਤਾ, ਔਰ ਕੈਬਨਿਟ ਮੰਤਰੀਆਂ ਨੂੰ ਵੀ ਇਹ ਪਤਾ। ਕੈਬਨਿਟ ਮੰਤਰੀ ਵੀ ਉਦੋਂ ਤੱਕ ਆਪਣੀਆਂ ਫਾਈਲਾਂ ਜਾਂ ਉਦੋਂ ਤੱਕ ਅਫਸਰਾਂ ਤੋਂ ਕੰਮ ਨਹੀਂ ਕਰਾ ਸਕਦੇ ਜਿੰਨੀ ਦੇਰ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਹੀਂ ਹੋਊਗੀ। ਸੋ ਇਹ ਗੱਲ ਕਹਿ ਦੇਣੀ ਕਿ ਹਾਂਜੀ ਮੈਂ ਤਾਂ ਸਾਰੀ ਚੀਜ਼ਾਂ ਲਈ ਤਿਆਰ ਆ, ਇਹ ਜਿਹੜਾ ਮਰਜ਼ੀ ਅਹੁਦਾ ਲੈ ਲੈਣ ਤੇ ਮੈਨੂੰ ਤਾਂ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼, ਲੇਕਿਨ ਨਾਲ ਦੀ ਨਾਲ ਸ਼ਰਤ ਇਹ ਰੱਖ ਦਿੰਦੇ, ਹਾਂ ਪ੍ਰਧਾਨ ਨਹੀਂ ਮੈਂ ਬਣਨ ਦੇਣਾ। ਵੀ ਪ੍ਰਧਾਨ ਕਿਉਂ ਨਹੀਂ ਬਣਨ ਦੇਣਾ? ਤੁਸੀਂ ਸਰਕਾਰ ਚਲਾਓ, ਪਾਰਟੀ ਨੂੰ ਪਾਰਟੀ ਚਲਾਉਣ ਦਿਓ। ਪਾਰਟੀ ਦਾ ਸੰਗਠਨ ਆ, ਪਾਰਟੀ ਦੇ ਸੰਗਠਨ ਨੇ ਸਵਾਲ ਕਰਨੇ ਆ ਸਰਕਾਰ ਨੂੰ ਵੀ ਤੁਸੀਂ ਆਹ ਕੰਮ ਜਿਹੜੇ ਤੁਸੀਂ ਆਪਣੇ ਮੈਨੀਫੈਸਟੋ 'ਚ ਕਹੇ ਸੀ ਕਿਉਂ ਨਹੀਂ ਕੀਤੇ। ਉਹਨਾਂ ਨੇ ਟਾਈਮਲਾਈਨ ਪੁੱਛਣੀ ਆ, ਉਹਨਾਂ ਨੇ ਪੁੱਛਣਾ ਕਿ ਰਿਜ਼ਲਟ ਕੀ ਹੈ, ਨਤੀਜੇ ਕੀ ਆ। ਗੱਲ ਤਾਂ ਸਿਰਫ ਇੰਨੀ ਆ ਕਿ ਇਹ ਗੱਲਾਂ ਬਾਹਰ ਆਉਣੀਆਂ ਜਾਂ ਕਹਿਣੀਆਂ ਤਾਂ ਆਪਣੇ ਆਪ 'ਚ ਚੰਗੀਆਂ ਲੱਗਦੀਆਂ ਕਿ ਕੈਪਟਨ ਅਮਰਿੰਦਰ ਸਿੰਘ ਹਰ ਚੀਜ਼ ਨਾਲ ਸਹਿਮਤ ਆ। ਕੌਫੀ ਪੀਣੀ, ਲੰਚ ਕਰਨੇ, ਖਾਣੇ ਖਾਣੇ, ਔਰ ਉਸ ਤੋਂ ਬਾਅਦ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪ੍ਰੈਸ ਨੂੰ ਬਹੁਤ ਸੋਹਣਾ ਡੀਲ ਕਰਦੇ ਆ। ਔਰ ਮੈਂ ਅਕਸਰ ਕਹਿੰਦਾ ਹੁੰਦਾ ਕਿ ਕਈ ਵਾਰੀ ਸਾਡੇ ਸਵਾਲ ਮੁੱਕ ਜਾਂਦੇ ਨੇ, ਉਹ ਭੱਜਦੇ ਨਹੀਂ ਆ, ਇਹ ਉਹਨਾਂ ਦੀ ਖਾਸੀਅਤ ਹੈ। ਲੇਕਿਨ ਆਫ ਲੇਟ ਮੈਂ ਦੇਖਿਆ ਥੋੜਾ ਭੱਜਣ ਵੀ ਲੱਗ ਗਏ ਆ, ਕਿਉਂਕਿ ਕਈ ਜਿਹੜੇ ਤਿੱਖੇ ਸਵਾਲ ਆ ਕਈ ਵਾਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਕੋਲੇ ਵੀ ਜਵਾਬ ਨਹੀਂ ਹੁੰਦੇ। ਹੁਣ ਗੱਲ ਰਹਿ ਗਈ ਕਿ ਫਾਈਨਲੀ ਉਹਨਾਂ ਦਾ ਹੋਣਾ ਕੀ ਆ। ਅੱਜ ਵੀ ਕਿਆਸੇ ਲਾਏ ਜਾ ਰਹੇ ਆ, ਔਰ ਅੱਜ ਜੋ ਰੰਧਾਵਾ ਜੀ ਪਤਾ ਇਹ ਲੱਗ ਰਿਹਾ ਕਿ ਹਰੀਸ਼ ਰਾਵਤ ਅਖੀਰਲੀ ਵਾਰੀ ਰਾਹੁਲ ਗਾਂਧੀ ਨੂੰ ਮਿਲ ਕੇ ਇੱਕ ਫਾਈਨਲ ਫੈਸਲਾ ਲੈਣਗੇ। ਔਰ ਦੇਖੋ, ਰੱਦੋ ਬਦਲ ਕੱਲੇ ਪ੍ਰਧਾਨਗੀ 'ਚ ਨਹੀਂ ਆਉਣੀ। ਰੱਦੋ ਬਦਲ ਜਿਹੜੀ ਆਉਣੀ ਹੈ ਜਾਂ ਫੇਰ ਬਦਲ ਆਉਣਾ, ਉਹ ਸਾਰੇ ਢਾਂਚੇ 'ਚ ਕਰਨਾ ਪੈਣਾ, ਕਿਉਂਕਿ ਇੱਕ ਅਹੁਦੇ ਨੂੰ ਬਦਲਣ ਨਾਲ ਕਈ ਅਹੁਦਿਆਂ ਤੇ ਫਰਕ ਪੈਣਾ, ਕਈ ਚੀਜ਼ਾਂ ਤੇ ਫਰਕ ਪੈਣਾ, ਪੂਰੇ ਸੰਗਠਨ ਤੇ ਫਰਕ ਪੈਣਾ। ਸੋ ਇਸ ਕਰਕੇ ਕਿਹਨੂੰ ਖੁਸ਼ ਰੱਖਣਾ, ਕਿਹਨੂੰ ਨਾਰਾਜ਼ ਕਰਨਾ, ਨਾਰਾਜ਼ ਇਸ ਟਾਈਮ ਕਾਂਗਰਸ ਪਾਰਟੀ ਕਿਸੇ ਨੂੰ ਕਰ ਨਹੀਂ ਸਕਦੀ। ਤੇ ਹਰੀਸ਼ ਰਾਵਤ ਨੇ ਕਿਹਾ ਕਿ 3-4 ਦਿਨਾਂ 'ਚ ਖੁਸ਼ਖਬਰੀ ਦੇਣੀ ਆ। ਖੁਸ਼ਖਬਰੀ ਦਾ ਸਮਾਂ ਵੀ ਦਿਨੋ ਦਿਨ ਬੀਤ ਰਿਹਾ ਤੇ ਜਲਦੀ ਦੇਣੀ ਪੈਣੀ ਆ, ਕੋਈ ਨਾ ਕੋਈ ਫੈਸਲਾ ਕਰਨਾ ਪੈਣਾ। ਜੀ ਮਨਪ੍ਰੀਤ ਜੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਦੇਣਾ ਵੀ ਕੁਝ ਨਹੀਂ ਚਾਹੁੰਦੇ ਤੇ ਪੇਸ਼ ਵੀ ਸਭ ਕੁਝ ਕਰਦੇ ਆ, ਲੇਕਿਨ ਸਵਾਲ ਦੂਜਾ ਸਭ ਤੋਂ ਵੱਡਾ ਕਿ ਜਿਹੜੇ ਮੁੱਦੇ ਨਵਜੋਤ ਸਿੰਘ ਸਿੱਧੂ ਨੇ ਉਠਾਏ ਸੀਗੇ, ਉਹਨਾਂ 'ਚ ਸਭ ਤੋਂ ਤਰਜੀਹੀ ਮੁੱਦਾ ਸੀ ਨਸ਼ਿਆਂ ਦਾ। ਬੇਅਦਬੀ ਦਾ ਬਾਅਦ ਦੇ ਵਿੱਚ ਅੱਗੇ ਵੱਧਦਾ ਹੈ ਜਦੋਂ ਬੇਅਦਬੀ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੀ ਇੱਕ ਜੱਜਮੈਂਟ ਆ ਜਾਂਦੀ। ਇਸ ਤੋਂ ਪਹਿਲਾਂ ਤਾਂ ਜਦੋਂ ਸੀਬੀਆਈ ਤੋਂ ਕੇਸ ਵਾਪਸ ਲੈਣੇ ਸੀ ਤੇ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਸੀ, ਉਦੋਂ ਸਿੱਧੂ ਔਰ ਬਾਕੀ ਉਹਨਾਂ ਦੇ ਸਾਥੀ, ਜਿੰਨੇ ਕੈਪਟਨ ਦੇ ਸਾਥੀ ਸੀਗੇ, ਖਾਸ ਤੌਰ ਤੇ ਸੁਖਜਿੰਦਰ ਸਿੰਘ ਰੰਧਾਵਾ, ਹਰਮਿੰਦਰ ਗਿੱਲ ਵਰਗੇ, ਉਹਨਾਂ ਨੇ ਬੜੀਆਂ ਭਾਵਪੂਰਤ ਤਕਰੀਰਾਂ ਕੀਤੀਆਂ ਸੀ। ਲੇਕਿਨ ਹੁਣ ਕਿਉਂਕਿ ਮੁੱਦਾ ਤਰਜੀਹੀ ਤੌਰ ਤੇ ਬੇਅਦਬੀ ਦਾ ਹੈ ਤੇ ਦੂਜੇ ਨੰਬਰ ਤੇ ਚਲੇ ਗਿਆ ਨਸ਼ਿਆਂ ਦਾ, ਜੇਕਰ ਕੈਪਟਨ ਅਮਰਿੰਦਰ ਸਿੰਘ ਸੱਚਮੁੱਚ ਹੀ ਸੁਹਿਰਦ ਨੇ ਤਾਂ ਤੁਰੰਤ ਪ੍ਰਭਾਵ ਨਾਲ ਨਸ਼ਿਆਂ ਦੇ ਮਾਮਲੇ ਨੂੰ ਤਾਂ ਅੱਗੇ ਵਧਾਇਆ ਜਾ ਸਕਦਾ ਸੀ। ਉਹ ਸਾਰੀਆਂ ਜਿਹੜੀਆਂ ਰਿਪੋਰਟਾਂ ਉੱਥੇ ਪਈਆਂ ਨੇ ਲੰਬਿਤ ਹਾਈ ਕੋਰਟ 'ਚ, ਉਹਨਾਂ ਦੇ ਉੱਤੇ ਅੱਗੇ ਕਾਰਵਾਈ ਵੱਧ ਸਕਦੀ ਸੀ। ਹੁਣ ਤਾਂ ਹਰਪ੍ਰੀਤ ਸਿੱਧੂ ਵੀ ਆ ਗਿਆ। ਨਵਜੋਤ ਸਿੰਘ, ਜਿਹੜੀ ਗੱਲ ਮੈਂ ਜਿਸ ਆਧਾਰ ਤੇ ਕੀਤੀ ਸੀ, ਇਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਸੀਨੀਅਰ ਪੋਲੀਟੀਸ਼ੀਅਨ ਨੂੰ ਇਹ ਉਦੋਂ ਗੱਲ ਕਹੀ ਗਈ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਮੁਕਾਉਂਦੇ ਕਿਉਂ ਨਹੀਂ, ਇਹ ਮਸਲੇ ਕਿੱਡੇ ਕੁ ਵੱਡੇ ਆ, ਤੁਸੀਂ ਵੱਡਾ ਦਿਲ ਕਿਉਂ ਨਹੀਂ ਕਰਦੇ। ਤਾਂ ਉਹਨਾਂ ਨੇ ਫਿਰ ਆਪਣਾ ਦਿਲ ਖੋਲਿਆ ਸੀਗਾ ਕਿ ਮੈਂ ਤਾਂ ਹਰ ਤਰ੍ਹਾਂ ਦੀ ਆਫਰ ਕੀਤੀ, ਜਦੋਂ ਕੋਈ ਕਿਸੇ ਦੀ ਗੱਲ ਮੰਨਣ ਲਈ ਤਿਆਰ ਨਹੀਂ, ਉਹਦੇ ਅੰਦਰ ਪਤਾ ਨਹੀਂ ਕੀ ਕੁਝ ਭਰਮ ਨੇ, ਕੀ ਕੁਝ ਚੱਲਦਾ ਹੈ। ਤਾਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਇੱਕ ਤੌਖਲੇ 'ਚ ਹੋ ਸਕਦੇ ਆ ਕਿ ਜੇ ਇਹ ਪ੍ਰਧਾਨ ਬਣ ਜਾਂਦੇ ਆ ਤੇ ਉਹ ਪ੍ਰਧਾਨਗੀ ਸਿੱਧੀ ਮੇਰੇ ਤੇ ਹੀ ਪੈਣੀ,
ਕਿਉਂਕਿ ਲੜਾਈ ਵਿਦਨ ਦੀ ਪਾਰਟੀ ਆ। ਲੜਾਈ ਜਦੋਂ ਬਾਦਲਕਿਆਂ ਨਾਲ ਸਿੱਧੂ ਛੇੜਦੇ ਆ ਤੇ ਉਹਦੇ ਵਿੱਚ ਟਾਰਗੇਟ ਤੇ ਅਮਰਿੰਦਰ ਸਿੰਘ ਹੀ ਆਉਣਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਸੰਵਿਧਾਨਕ ਅਹੁਦੇ ਤੇ ਨੇ ਔਰ ਉਹਨਾਂ ਨੇ ਮੁੱਖ ਮੰਤਰੀ ਹੁੰਦਿਆਂ ਉਹ ਸਾਰੇ ਐਕਸ਼ਨ ਕਰਨੇ ਆ ਜਿਹੜੇ ਸਿੱਧੂ ਚਾਹੁੰਦੇ ਆ। ਪ੍ਰਧਾਨ ਹੁੰਦਿਆਂ ਕੋਈ ਐਕਸ਼ਨ ਨਹੀਂ ਕਰ ਸਕਦੇ। ਸਿੱਧੂ ਐਕਸ਼ਨ ਕਰਵਾਉਣਾ ਚਾਹਣਗੇ ਮੁੱਖ ਮੰਤਰੀ ਕੋਲੋਂ, ਤੇ ਉਹ ਟਕਰਾਅ ਜਿਹੜਾ ਉਹ ਟਕਰਾਅ ਹਿੱਤਾਂ ਦਾ ਟਕਰਾਅ ਹੋਊਗਾ। ਉਹਦੇ ਵਿੱਚ ਕੰਮ ਕਰਦੇ ਤਾਂ ਨਜ਼ਰ ਆਉਣ ਕੈਪਟਨ ਅਮਰਿੰਦਰ ਸਿੰਘ, ਉਹਦਾ ਕ੍ਰੈਡਿਟ ਸਿੱਧੂ ਨੂੰ ਜਾਊਗਾ ਕਿਉਂਕਿ ਉਹ ਪਹਿਲਾਂ ਬਿਆਨ ਦੇਣਗੇ, ਉਸ ਤੋਂ ਬਾਅਦ ਸਰਕਾਰ ਹਰਕਤ ਚ ਆਊਗੀ। ਹੁਣ ਵੀ ਇਹੀ ਸਵਾਲ ਆ ਕਿ ਕਿਤੇ ਗਵਰਨਮੈਂਟ ਕੰਮ ਕਰਨਾ ਚਾਹੁੰਦੀ ਹੈ ਤੇ ਕੋਈ ਦੂਜਾ ਲੀਡਰ ਉਹਦਾ ਕ੍ਰੈਡਿਟ ਲੈਣ ਲਈ ਪਹਿਲਾਂ ਹੀ ਕਹਿੰਦਾ ਕਿ ਅਸੀਂ ਕਿਹਾ ਸੀ, ਮੈਂ ਚਿੱਠੀ ਪਾਈ ਸੀ। ਸਵਾਲ ਸਭ ਤੋਂ ਵੱਡੇ ਨੇ ਕਿ ਜਿਹੜੇ ਲੋਕ ਜ਼ਿੰਮੇਵਾਰ ਨੇ ਕੰਮ ਕਰਨ ਲਈ, ਉਹ ਕੰਮ ਕਰਦੇ ਕਿਉਂ ਨਹੀਂ? ਉਹ ਦੂਜਿਆਂ ਵੱਲ ਕਿਉਂ ਵਹਿੰਦੇ ਆ? ਉਹ ਇਹ ਕਿਉਂ ਸੋਚਦੇ ਕਿ ਫਲਾਣੇ ਨੇ ਚਿੱਠੀ ਪਾਈ ਸੀ ਜਾਂ ਫਲਾਣੇ ਨੇ ਬਿਆਨ ਦਿੱਤਾ ਸੀ? ਸੋ ਮੈਨੂੰ ਇੰਝ ਲੱਗਦਾ ਕਿ ਇਹ ਲੜਾਈ ਹੁਣ ਹਉਮੈ ਦੀ ਵੀ ਆ, ਇਹ ਲੜਾਈ ਪਪੂਲੈਰਿਟੀ ਦੀ ਵੀ ਆ, ਇਹ ਵੱਡੇ ਲੀਡਰ ਹੋਣ ਦੀ ਵੀ ਆ, ਇਹ ਆਪਣਾ ਅਕਸ ਬਚਾ ਕੇ ਤੁਰਨ ਦੀ ਵੀ ਆ, ਲੋਕਾਂ ਦੇ ਵਿੱਚ ਆਪਣੇ ਆਪ ਨੂੰ ਹਰਫਨਮੌਲਾ ਦਿਖਾਉਣ ਦੀ ਵੀ ਆ। ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਹਾਲਾਤ ਵਿੱਚ ਜੇ ਦੋਨਾਂ ਨੂੰ ਸਮਾਨਾਂਤਰ ਕੋਈ ਜ਼ਿੰਮੇਵਾਰੀਆਂ ਮਿਲ ਵੀ ਜਾਂਦੀਆਂ ਤੇ ਅੱਗੇ ਕਿੱਦਾਂ ਵਧਣਗੇ? ਇਹ ਹਿੱਤ ਟਕਰਾਉਂਦੇ ਹੀ ਰਹਿਣਗੇ, ਤੇ ਜਦੋਂ ਹਿੱਤ ਟਕਰਾਉਂਦੇ ਆ ਤਾਂ ਜਿਹੜੇ ਪਲੇਟਫਾਰਮ ਤੋਂ ਤੁਸੀਂ ਵਿਚਰ ਰਹੇ ਹੁੰਦੇ ਹੋ ਨੁਕਸਾਨ ਉਹਦਾ ਹੁੰਦਾ। ਬਿਲਕੁਲ ਰੰਧਾਵਾ ਜੀ, ਇੱਕ ਵਾਰੀ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਪੁਰਾਣੇ ਪ੍ਰਧਾਨ ਹੋਏ ਨੇ ਕਾਂਗਰਸ ਦੇ, ਕੈਪਟਨ ਅਮਰਿੰਦਰ ਸਿੰਘ ਕਦੇ ਉਹਨਾਂ ਨਾਲ ਵੀ ਮਿਲ ਕੇ ਨਹੀਂ ਚੱਲੇ, ਔਰ ਸਾਰਿਆਂ ਦੀ, ਚਾਹੇ ਸ਼ਮਸ਼ੇਰ ਸਿੰਘ ਦੁੱਲੋਂ ਹੋਣ, ਹੰਸਪਾਲ ਹੰਸ ਹੋਣ, ਪ੍ਰਤਾਪ ਸਿੰਘ ਬਾਜਵਾ ਹੋਣ, ਮਹਿੰਦਰ ਸਿੰਘ ਕੇਪੀ ਹੋਣ, ਲਾਲ ਸਿੰਘ, ਜਦੋਂ ਵੀ ਉਹਨਾਂ ਨੂੰ ਵੀ ਮੌਕੇ ਮਿਲੇ ਆ ਤੇ ਉਹਨਾਂ ਨਾਲ ਵੀ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਰਲ ਕੇ ਨਹੀਂ ਚੱਲੇ। ਕਿਸੇ ਨਾ ਕਿਸੇ ਤਰ੍ਹਾਂ ਦੇ ਉਹਨਾਂ ਦੇ ਨਾਲ ਵਿਵਾਦ ਵੀ ਰਹੇ ਆ ਤੇ ਉਹਨਾਂ ਦੇ ਨਾਲ ਹਰ ਤਰ੍ਹਾਂ ਦੇ ਡਿਫਰੈਂਸਿਸ ਰਹੇ ਆ। ਹਿਸਟਰੀ ਕਹਿੰਦੇ ਹੁੰਦੇ ਆ ਕਿ ਆਪਣੇ ਆਪ ਚ ਲੋਕਾਂ ਨੂੰ ਸਿਖਾਉਂਦੀ ਆ। ਹਿਸਟਰੀ ਪੜ੍ਹ ਕੇ ਆਪਾਂ ਸਿੱਖਦੇ ਆ ਤਾਂ ਕਿ ਜਿਹੜਾ ਆਪਾਂ ਪਾਸਟ ਦੇ ਵਿੱਚ ਜਾਂ ਪਿਛੋਕੜ ਦੇ ਵਿੱਚ ਕੁਝ ਕੀਤਾ ਹੋਵੇ, ਅੱਗੇ ਤੋਂ ਉਹ ਗਲਤੀਆਂ ਨਾ ਆਪਾਂ ਦੁਹਰਾਈਏ। ਇਹ ਕਹਿ ਦੇਣਾ ਕਿ ਪਾਰਟੀ, ਦੇਖੋ ਪਾਰਟੀ ਹੈ ਤਾਂ ਅੱਜ ਅਮਰਿੰਦਰ ਸਿੰਘ ਜਿਹੜੇ ਆ ਉਹ ਚੀਫ ਮਿਨਿਸਟਰ ਨੇ, ਉਹ ਮੁੱਖ ਮੰਤਰੀ ਨੇ। ਜੇ ਕੈਪਟਨ, ਜੇ ਪਾਰਟੀ ਨਾ ਹੋਵੇ ਜਾਂ ਕੋਈ ਵੀ ਪੋਲੀਟੀਕਲ ਪਾਰਟੀ ਉਹਨਾਂ ਨੂੰ ਉਸ ਤਰ੍ਹਾਂ ਦੀ ਤਰਜੀਹ ਜਾਂ ਪਹਿਲ ਨਾ ਦੇਵੇ ਤੇ ਸ਼ਾਇਦ ਕੋਈ ਮੁੱਖ ਮੰਤਰੀ ਜਾਂ ਮੰਤਰੀ ਬਣ ਨਾ ਸਕੇ। ਸੋ ਇਸ ਕਰਕੇ ਸੰਗਠਨ ਨੂੰ ਪਹਿਲ ਦੇਣੀ ਬਹੁਤ ਜ਼ਰੂਰੀ ਆ, ਔਰ ਜਿਹੜੀਆਂ ਕਈ ਪੋਲੀਟੀਕਲ ਪਾਰਟੀਆਂ ਨੇ ਉਹ ਸੰਗਠਨ ਨੂੰ ਬਹੁਤ ਅਹਿਮੀਅਤ ਦਿੰਦੀਆਂ ਨੇ। ਥੋੜੀ ਦੇਰ ਸਰਕਾਰ ਦੇ ਵਿੱਚ ਵੀ ਕੰਮ ਕਰਾਉਂਦੀਆਂ ਨੇ ਤੇ ਬਾਅਦ ਚ ਸੰਗਠਨ ਚ ਲੈ ਜਾਂਦੀਆਂ। ਇਹ ਸਮਝ ਲੈਣਾ ਕਿ ਜੇ ਮੈਂ ਇਸ ਸੰਗਠਨ ਦੇ ਵਿੱਚ ਆ ਤਾਂ ਮੇਰਾ ਇਹ ਸਿਰਫ ਤੇ ਸਿਰਫ ਮੇਰਾ ਹੀ ਅਧਿਕਾਰ ਆ, ਔਰ ਮੇਰਾ ਜਨਮ ਸਿੱਧ ਅਧਿਕਾਰ ਆ ਕਿ ਮੈਂ ਮੁੱਖ ਮੰਤਰੀ ਬਣਨਾ। ਇਹ ਵੀ ਸਾਰਿਆਂ ਲਈ, ਕੱਲੇ ਕੈਪਟਨ ਅਮਰਿੰਦਰ ਸਿੰਘ ਲਈ ਨਹੀਂ, ਹਰ ਕਿਸੇ ਵਿਅਕਤੀ ਲਈ ਕਿਤੇ ਨਾ ਕਿਤੇ ਉਹਨਾਂ ਲਈ ਵੀ ਇੱਕ ਵਧੀਆ ਚੀਜ਼ ਨਹੀਂ ਹੋਏਗੀ। ਹਾਂ, ਮਿਲ ਕੇ ਚੱਲਣਾ ਜ਼ਰੂਰੀ ਹੈ। ਦੂਸਰੀ ਗੱਲ, ਕੈਪਟਨ ਅਮਰਿੰਦਰ ਸਿੰਘ ਦੀ ਮਜਬੂਰੀ ਵੀ ਆ ਮਿਲ ਕੇ ਚੱਲਣ ਦੀ, ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਨੇ, ਉਹ ਤਾਂ ਭਾਜਪਾ ਦੀ ਗੱਲ ਸੁਣਦੇ ਨੇ। ਪਿਛਲੇ ਦਿਨਾਂ ਦੇ ਵਿੱਚ ਤਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਇਹਨਾਂ ਤੇ ਇਲਜ਼ਾਮ ਲਾਏ ਨੇ ਕਿ ਇਹ ਭਾਜਪਾ ਦੀ ਗੋਦ 'ਚ ਬੈਠੇ ਨੇ। ਜਦੋਂ ਭਾਜਪਾ ਹੀ ਜਾਂਦੇ ਨੇ ਮੋਤੀ ਮਹਿਲ ਦੇ ਅੱਗੇ, ਉਹਨਾਂ ਦੇ ਪਟਿਆਲੇ ਜਿੱਥੇ ਉਹਨਾਂ ਦਾ ਘਰ ਆ, ਤੇ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਦੇ ਤੇ ਕੈਪਟਨ ਅਮਰਿੰਦਰ ਸਿੰਘ ਆਪ ਆ ਕੇ ਉਹਨਾਂ ਨੂੰ ਚਾਹ ਪਾਣੀ ਪੁੱਛਦੇ ਨੇ ਤੇ ਬਾਕੀ ਲੋਕਾਂ ਨੂੰ ਉੱਥੇ ਡਾਂਗਾ ਪੈਂਦੀਆਂ, ਹੁਣ ਉਹਨਾਂ ਦੇ ਡੰਡੇ ਪੈਂਦੇ ਆ, ਉਹਨਾਂ ਦੇ ਸਿਰ ਪਾਟ ਜਾਂਦੇ ਆ। ਇਹ ਸਾਰੇ ਫਰਕ ਜਿਹੜੇ ਆ ਉਹ ਲੋਕਾਂ ਦੇ ਵਿੱਚ ਵੀ ਪਰਸੈਪਸ਼ਨ ਇਹ ਜਾਂਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਜੋ ਆਪਾਂ ਕਹਿ ਰਹੇ ਉਹ ਸੱਚ ਹੋਵੇ, ਪਰਸੈਪਸ਼ਨ ਜੋ ਬਣ ਜਾਂਦੀ ਆ ਉਹ ਇਸ ਤਰ੍ਹਾਂ ਦੀ ਬਣ ਜਾਂਦੀ। ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਕਰਕੇ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸੂਟ ਕਰਦਾ ਸੀ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨਾਲ ਇੱਕ ਕੋਈ ਤਰ੍ਹਾਂ ਦਾ ਸਮਝੌਤਾ ਕਰਕੇ ਉਹਨਾਂ ਦੇ ਨਾਲ ਰਲ ਕੇ ਚੱਲਣ ਤਾਂ ਕਿ ਦੋਨਾਂ ਦਾ ਫਾਇਦਾ ਹੋਵੇ। ਲੇਕਿਨ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਇਹ ਲੱਗ ਰਿਹਾ ਸੀ ਕਿ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਗੱਲ ਨਹੀਂ ਮੰਨਣਗੇ, ਕਾਂਗਰਸ ਪਾਰਟੀ ਦੀ ਗੱਲ ਨਹੀਂ ਮੰਨਣਗੇ, ਉਹ ਤਾਂ ਬਾਦਲਾਂ ਦੇ ਇਸ਼ਾਰੇ ਤੇ ਜਾਂ ਉਹ ਭਾਜਪਾ ਦੇ ਇਸ਼ਾਰੇ ਤੇ ਚੱਲਣਗੇ, ਸਾਡੀ ਗੱਲ ਨਹੀਂ ਮੰਨਣਗੇ। ਸੋ ਇਸੇ ਕਰਕੇ ਉਹ ਸਮਝੌਤਾ ਨਹੀਂ ਹੋਇਆ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੀ ਇੱਕ ਤਰ੍ਹਾਂ ਦੀ ਉਦਾਹਰਨ ਮਿਲ ਚੁੱਕੀ ਸੀ, ਉਹਨਾਂ ਦਾ ਤਜਰਬਾ ਹੋ ਚੁੱਕਿਆ ਸੀ ਜਦੋਂ ਉਹ ਸਥਾਨਕ ਸਰਕਾਰਾਂ ਦੇ ਮੰਤਰੀ ਸੀ। ਜੀ, ਇੱਕ ਹੋਰ ਸਵਾਲ ਹੈ, ਦੇਖੋ ਇਹ ਬਹੁਤ ਠੀਕ ਹੈ ਤੁਹਾਡੀ ਗੱਲ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਇਹ ਅੰਦਾਜ਼ਾ ਸੀ ਤਾਂ ਫਿਰ ਮੀਟਿੰਗਸ ਦਾ ਕੋਈ ਤੁਕ ਹੀ ਨਹੀਂ ਸੀ ਬਣਦੀ, ਕਿਉਂਕਿ ਉਦੋਂ ਹਰੀਸ਼ ਰਾਵਤ ਬੜੀ ਤੇਜ਼ੀ ਨਾਲ ਲੱਗੇ ਹੋਏ ਸੀ ਕਿ ਇਹ ਕਿਸੇ ਸਿੱਟੇ ਤੇ ਪਹੁੰਚ ਜਾਣ ਜਾਂ ਉਹ ਇਹ ਸਮਝੌਤਾ ਕਰਾ ਦੇਣ। ਸ਼ਾਇਦ ਨਵਜੋਤ ਸਿੰਘ ਸਿੱਧੂ ਉਸ ਲਿਹਾਜ਼ ਵਿੱਚ ਮੀਟਿੰਗਸ ਕਰਦੇ ਗਏ, ਲੇਕਿਨ ਮੀਟਿੰਗਸ ਦਾ ਕੋਈ ਫਰੂਟਫੁਲ ਸਿੱਟਾ ਨਹੀਂ ਨਿਕਲਿਆ। ਨਾਲ ਹੀ ਪੰਜਾਬ ਦੀ ਜਿਹੜੀ ਤਰਾਸਦੀ ਆ ਉਹ ਵੀ ਵੱਡੀ ਹੁੰਦੀ ਗਈ, ਕਿਉਂਕਿ ਜੇ ਸਿੱਧੂ ਲਗਾਤਾਰ ਏਜੰਡਾ ਪੰਜਾਬ ਤੇ ਤੁਰਦੇ ਆ, ਜੇ ਉਹ ਕਿਧਰੇ ਪਾਵਰ 'ਚ ਹੁੰਦੇ ਤਾਂ ਸ਼ਾਇਦ ਕੋਈ ਬੈਨੀਫਿਟ ਵੀ ਮਿਲਦਾ। ਲੇਕਿਨ ਕਿਉਂਕਿ ਇਹ ਤਾਂ ਉਹ ਇੱਕ ਭਰਮ ਨੇ ਨਾ ਜਿਹੜੇ ਅਸੀਂ ਸਿਰਜਦੇ ਰਹਿੰਦੇ ਹਾਂ ਕਿ ਜੇ ਇੰਝ ਹੁੰਦਾ ਤੇ ਜੇ ਇੰਝ ਹੁੰਦਾ। ਸਭ ਤੋਂ ਵੱਡਾ ਸਵਾਲ ਇਹ ਆ ਕਿ ਅਨਿਲ ਵਿਜ ਕਹਿੰਦੇ ਸਿੱਧੂ ਪਾਰਟੀ ਬਦਲਣ ਨਾਲ ਕੀ ਫਰਕ ਪੈਣਾ, ਜੇ ਕੁਝ ਕਰਨਾ ਆਪਣੀ ਪਾਰਟੀ ਬਣਾ ਲਓ, ਫਿਰ ਏਜੰਡਾ ਲਾਗੂ ਕਰ ਲਓ। ਇਹ ਸਵਾਲ ਹਾਸੇ 'ਚ ਟਾਲਣ ਵਾਲਾ ਨਹੀਂਗਾ। ਇਹ ਸੱਚਿਓ ਮਨਪ੍ਰੀਤ ਜੀ
ਅਨਿਲ ਵਿਜ ਨੇ ਇੱਕ ਵਿਅੰਗ ਕੀਤਾ ਹੈ, ਲੇਕਿਨ ਸਿੱਧੂ ਲਈ ਇਹ ਆਖਰੀ ਰਾਹ ਵਾ। ਜੇਕਰ ਤੁਸੀਂ ਕੰਫਰਟ ਜ਼ੋਨ ਚੋਂ ਬਾਹਰ ਨਹੀਂ ਨਿਕਲਦੇ, ਤੁਸੀਂ ਇਹ ਉਮੀਦ ਕਰਦੇ ਹੋ ਕਿ ਕਦੋਂ ਕੈਪਟਨ ਅਮਰਿੰਦਰ ਸਿੰਘ ਜਾਣ ਤੇ ਮੇਰੀ ਵਾਰੀ ਮਿਲੇ, ਕਦੋਂ ਬਾਕੀਆਂ ਦੇ ਮੁਕਾਬਲੇ ਮੈਂ ਬਿਹਤਰ ਆਪਣੇ ਰਿਸ਼ਤਿਆਂ ਨੂੰ ਵਰਤ ਕੇ ਹਾਈਕਮਾਂਡ ਨਾਲ ਤੇ ਇੱਕ ਬਣੇ ਬਣਾਏ ਸੰਗਠਨ ਦਾ ਸਭ ਕੁਝ ਬਣ ਜਾਵਾਂ, ਉਹ ਤਾਂ ਵੀ ਹਾਈਕਮਾਂਡ ਨੇ ਰਹਿਣਾ ਹੈ। ਹਾਈਕਮਾਂਡ ਦੇ ਨਾਲ 40 ਸਾਲਾਂ ਤੋਂ ਗਾਂਧੀ ਪਰਿਵਾਰ ਨਾਲ ਕੰਮ ਕਰਦੇ ਲੋਕਾਂ ਨੇ ਫਿਰ ਵੀ ਰਹਿਣਾ ਹੈ। ਤੁਹਾਡੀਆਂ ਸ਼ਿਕਾਇਤਾਂ ਫਿਰ ਵੀ ਹੋਣੀਆਂ ਨੇ, ਫਿਰ ਵੀ ਤੁਸੀਂ ਫ੍ਰੀ ਹੈਂਡ ਕੰਮ ਨਹੀਂ ਕਰ ਸਕੋਗੇ ਸਿੱਧੂ ਸਾਹਿਬ। ਸਿੱਧੂ ਸਾਹਿਬ, ਜੇ ਪੰਜਾਬ ਲਈ ਤੁਹਾਡੇ ਕੋਲ ਕੋਈ ਏਜੰਡਾ ਹੈ, ਪੰਜਾਬ ਦੇ ਲੋਕ ਤੁਹਾਨੂੰ ਸਿਰ ਮੱਥੇ ਤੇ ਚੱਕਣ ਲਈ ਲਗਭਗ 4-5-6 ਸਾਲਾਂ ਤੋਂ ਤੁਹਾਡੇ ਨਾਲ ਤੁਰਿਆ। ਜਦੋਂ ਤੁਸੀਂ ਭੰਡਾਰੀ ਪੁਲ ਦੇ ਉੱਤੇ ਮਰਨ ਵਰਤ ਰੱਖਣ ਦੀ ਗੱਲ ਕੀਤੀ ਸੀ, ਤੁਹਾਨੂੰ ਰਾਤੋਂ ਰਾਤ ਮਨਾ ਲਿਆ ਗਿਆ ਸੀ, ਉਦੋਂ ਤੁਸੀਂ ਮੰਨ ਗਏ ਸੀ। ਮੰਨਣ ਦੀ ਪ੍ਰਵਿਰਤੀ ਛੱਡ ਕੇ ਲੜਨ ਦੀ ਪ੍ਰਵਿਰਤੀ ਨਾਲ ਅੱਗੇ ਵਧਿਆ ਜਾ ਸਕਦਾ ਸੀ। ਜਦੋਂ ਅਸੀਂ ਕੈਪਟਨ ਸਿੱਧੂ ਵਿਵਾਦ ਦੀ ਗੱਲ ਕਰਦੇ ਹਾਂ ਤੇ ਉਹਦੇ 'ਚ ਸਾਡਾ ਨਿੱਜੀ ਹਿੱਤ ਕੋਈ ਨਹੀਂ ਹੁੰਦਾ। ਅਸੀਂ ਉਹ ਜਿਹੜੀ ਚਰਚਾ ਹੈ, ਉਹ ਜਿਹੜਾ ਮੁੱਦਾ ਹੈ, ਉਹ ਜਿਹੜਾ ਸਾਡੇ ਸਾਹਮਣੇ ਹੁੰਦਾ ਹੈ ਸਬਜੈਕਟ, ਉਹਦੇ ਉੱਤੇ ਅੱਗੇ ਵੱਧਦੇ ਆ ਕਿ ਕੀ ਵਾਪਰਿਆ। ਲੇਕਿਨ ਜਦੋਂ ਏਜੰਡਾ ਪੰਜਾਬ ਦੀ ਗੱਲ ਹੁੰਦੀ ਆ, ਹਰ ਮਾੜੇ ਤੋਂ ਮਾੜਾ ਪੰਜਾਬੀ ਵੀ ਉਹਦੇ ਤੇ ਤੁਰਨਾ ਚਾਹੁੰਦਾ। ਇਸ ਧਰਤੀ ਦੇ ਵੱਧਦੇ ਫੁੱਲਦੇ ਰਹਿਣ ਨਾਲ ਉਹਦੇ ਆਪਣੇ ਵਧਣ ਦੀਆਂ ਸੰਭਾਵਨਾਵਾਂ ਬਣਦੀਆਂ। ਸੋ ਸਿੱਧੂ ਜੇਕਰ ਚਾਹੁੰਦੇ ਨੇ ਕਿ ਉਹ ਪੰਜਾਬ ਲਈ ਕੁਝ ਨਵਾਂ ਕਰਨ, ਉਹ ਸਾਰੀ ਦੀ ਸਾਰੀ ਕਰਪਸ਼ਨ ਜੜੋਂ ਪੁੱਟ ਦੇਣ, ਉਹ ਇੱਥੋਂ ਦੀ ਭੱਜੀ ਜਾਂਦੀ ਇੰਡਸਟਰੀ ਨੂੰ ਹੱਥ ਦੇ ਕੇ ਰੋਕ ਲੈਣ, ਉਹ ਇੱਥੇ ਕ੍ਰਾਈਮ ਫ੍ਰੀ ਸਟੇਟ ਦਾ ਇੱਕ ਮਾਹੌਲ ਬਣਾ ਦੇਣ ਤੇ ਉਹ ਸਾਰੀਆਂ ਬੁਰੀਆਂ ਅਲਾਮਤਾਂ ਤੋਂ ਨਿਜਾਤ ਦਿਵਾਉਣਾ ਚਾਹੁੰਦੇ ਆ, ਤੇ ਫਿਰ ਇਹਨਾਂ ਮੰਚਾਂ ਤੋਂ, ਜਿਹੜੇ ਮੰਚ ਸਜੇ ਸਜਾਏ ਨੇ, ਸਦੀ ਹੋ ਗਈ ਕਾਂਗਰਸ ਨੂੰ ਤੁਰਦਿਆਂ, ਤੇ ਆਜ਼ਾਦੀ ਤੋਂ ਬਾਅਦ ਵੀ ਲਗਾਤਾਰ ਕਾਂਗਰਸ ਨੇ ਰਾਜ ਕੀਤਾ। ਜੇ ਕੁਝ ਨਹੀਂ ਬਦਲਿਆ, ਗਾਂ ਬਦਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸਿੱਧੂ ਵਰਗੇ ਆਦਰਸ਼ਵਾਦ ਪਹਿਲਾਂ ਵੀ ਸੀਗੇ, ਅਸੀਂ ਜਗਮੀਤ ਬਰਾੜ ਨੂੰ ਵੀ ਦੇਖਦੇ ਰਹੇ ਹਾਂ, ਵੀਰ ਦਵਿੰਦਰ ਵੀ ਇਹੋ ਜਿਹੀਆਂ ਗੱਲਾਂ ਕਰਦੇ ਰਹੇ ਆ। ਗਾਂ ਕੀ ਵਾਪਰਨ ਵਾਲਾ, ਮੈਂ ਇਹ ਜਾਂਦੇ ਜਾਂਦੇ ਪੁੱਛਣਾ, ਸਿੱਧੂ ਬਤੌਰ ਪ੍ਰਧਾਨ ਕੁਝ ਬਦਲਣ ਦੇ ਸਮਰੱਥ ਹੋਣਗੇ? ਜੇ ਸਿੱਧੂ ਕਿਸੇ ਪਾਰਟੀ ਦਾ ਚਿਹਰਾ ਹੁੰਦੇ ਆ ਤੇ ਉਹ ਪੂਰੀ ਪਾਰਟੀ ਦੇ ਕਲਚਰ ਨੂੰ ਰਾਤੋਂ ਰਾਤ ਬਦਲਣ ਦੇ ਸਮਰੱਥ ਹੋਣਗੇ? ਰੰਧਾਵਾ ਜੀ, ਬਹੁਤ ਅਹਿਮ ਸਵਾਲ ਆ ਤੁਹਾਡਾ, ਬਹੁਤ ਇੰਪੋਰਟੈਂਟ ਸਵਾਲ ਆ। ਔਰ ਹਰੇਕ ਪੰਜਾਬੀ ਦੇ, ਜੋ ਪੰਜਾਬ ਦੇ ਵਿੱਚ ਵਸਦਾ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦਾ ਜਾਂ ਕਿਤੇ ਵੀ ਰਹਿੰਦਾ, ਉਹਦੇ ਮਨ 'ਚ ਇੱਕ ਬੜਾ ਵੱਡਾ ਸਵਾਲ ਹੈ ਕਿ ਕੀ ਸਿੱਧੂ ਨੂੰ ਜੇ ਕਿਤੇ ਖੁਦਮੁਖਤਿਆਰੀ ਮਿਲਦੀ ਹੈ ਜਾਂ ਕੋਈ ਇਹੋ ਜਿਹੀ ਅਹਿਮ ਅਹੁਦਾ ਮਿਲਦਾ ਤਾਂ ਕੀ ਉਹ ਕਾਮਯਾਬ ਹੋਣਗੇ? ਦੇਖੋ, ਅਜੇ ਤੱਕ ਜੇ ਤੁਸੀਂ ਮੇਰੀ ਨਿੱਜੀ ਰਾਏ ਪੁੱਛੋ ਤਾਂ ਮੈਨੂੰ ਲੱਗਦਾ ਇਸ ਕਰਕੇ ਨਹੀਂ, ਕਿਉਂਕਿ ਸਿੱਧੂ ਹੁਣਾਂ ਨੂੰ ਸੜਕਾਂ ਤੇ ਆਉਣਾ ਪੈਣਾ, ਲੋਕਾਂ ਦੇ ਨਾਲ ਮਿਲਣਾ ਪੈਣਾ। ਇਹ ਨਹੀਂ ਹੈ ਕਿ ਸਿਰਫ ਟਵੀਟ ਤੇ ਖੇਡ ਕੇ ਜਾਂ ਟਵੀਟ ਕਰਕੇ ਸਰਕਾਰਾਂ ਨਹੀਂ ਚੱਲਦੀਆਂ ਜਾਂ ਪਾਲਿਸੀਆਂ ਨਹੀਂ ਬਣਦੀਆਂ। ਹਾਂ, ਕ੍ਰਿਟਿਸਿਜ਼ਮ ਕਿਸੇ ਦਾ ਹੋ ਸਕਦਾ, ਆਲੋਚਨਾ ਹੋ ਸਕਦੀ ਹੈ, ਲੇਕਿਨ ਜਦੋਂ ਤੁਸੀਂ ਆਪਣਾ ਕੋਈ ਪ੍ਰੋਗਰਾਮ ਦੇਣਾ ਹੁੰਦਾ, ਆਪਣਾ ਕੋਈ ਟੀਚਾ ਮਿਥਣਾ ਹੁੰਦਾ, ਤੇ ਤੁਹਾਨੂੰ ਸੜਕਾਂ ਤੇ ਆਉਣਾ ਪੈਂਦਾ, ਤੁਹਾਨੂੰ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ। ਹੁਣ ਤੁਸੀਂ ਦੇਖੋ, ਜੇ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖੀਏ ਤਾਂ ਨਵਜੋਤ ਸਿੰਘ ਸਿੱਧੂ ਨੇ ਇੱਕ ਤਰ੍ਹਾਂ ਦਾ ਬਿਲਕੁਲ ਆਪਣੇ ਆਪ ਨੂੰ ਕੱਟ ਆਫ ਕੀਤਾ ਹੋਇਆ, ਆਪਣੇ ਆਪ ਨੂੰ ਵੱਖਰੇ ਕਰਕੇ ਬੈਠੇ ਆ। ਤੁਸੀਂ ਬਾਕੀ ਗੱਲਾਂ ਤਾਂ ਛੱਡੋ, ਈਵਨ ਕਿ ਜਿਹੜੇ ਮੀਡੀਆ ਕਰਮੀ ਆ ਜਾਂ ਮੀਡੀਆ ਦੇ ਲੋਕ ਉਹਨਾਂ ਨੂੰ ਕੰਟੈਕਟ ਕਰਨਾ ਚਾਹੁੰਦੇ ਆ, ਉਹ ਕਿਸੇ ਦੇ ਸੰਪਰਕ ਦੇ ਵਿੱਚ ਨਹੀਂ। ਹਾਂ, ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਤੇ ਉਹ ਜ਼ਰੂਰ ਮੀਡੀਆ ਨਾਲ ਸੰਪਰਕ ਕਰਦੇ ਨੇ। ਜਦੋਂ ਆਪਣੀ ਗੱਲ ਕਹਿਣੀ ਹੁੰਦੀ ਹੈ ਤੇ ਕਹਿ ਕੇ ਚੁੱਪ ਰਹੇ, ਕਈ ਵਾਰੀ ਸਵਾਲਾਂ ਦੇ ਜਵਾਬ ਵੀ ਨਹੀਂ ਦਿੰਦੇ ਉਹ। ਮੇਰਾ ਕਹਿਣ ਦਾ ਮਤਲਬ ਹੈ, ਕਈ ਗੱਲਾਂ ਟਵੀਟ ਤੇ ਕਹਿਣੀਆਂ ਜਾਂ ਸਿਰਫ ਸੋਸ਼ਲ ਮੀਡੀਆ ਤੇ ਕਹਿਣੀਆਂ ਸੌਖੀਆਂ ਹੁੰਦੀਆਂ, ਜਦੋਂ ਆਪ ਆ ਕੇ ਉਹਨਾਂ ਏਜੰਡਿਆਂ ਨੂੰ ਲੜਨਾ ਪਵੇ, ਉਹਨਾਂ ਵਾਸਤੇ ਆ ਕੇ ਲੋਕਾਂ ਦੇ ਵਿੱਚ ਵਿਚਰਨਾ ਪਵੇ, ਇੰਨੀ ਸੌਖੀ ਖੇਡ ਨਹੀਂ ਆ। ਉਹਦੇ ਲਈ ਪਸੀਨਾ ਬਹਾਉਣਾ ਪੈਂਦਾ, ਲੋਕਾਂ ਦੇ ਵਿੱਚ ਬਹਿਣਾ ਪੈਂਦਾ, ਲੋਕਾਂ ਦੇ ਨਾਲ ਰੋਜ਼ ਵਿਚਰਨਾ ਪੈਂਦਾ। ਸੋ ਹਜੇ ਤੱਕ, ਕਿਉਂਕਿ ਸਿੱਧੂ ਨੇ ਆਪਣੇ ਆਪ ਨੂੰ ਸਾਬਿਤ ਕਰਨਾ, ਅਸੀਂ ਅਕਸਰ ਕਹਿੰਦੇ ਆ ਕਿ ਹਜੇ ਉਹ ਟਰਾਈਡ ਐਂਡ ਟੈਸਟਡ ਨਹੀਂ ਆ, ਬਿਲਕੁਲ ਨਹੀਂ ਆ, ਲੇਕਿਨ ਸਵਾਲੀਆ ਨਿਸ਼ਾਨ ਬਹੁਤ ਆ। ਇਸ ਕਰਕੇ ਸਿੱਧੂ ਮੈਦਾਨ ਚ ਆਉਣ, ਲੋਕਾਂ ਨੂੰ ਮਿਲਣ ਤੋਂ ਨਾ ਡਰਨ, ਹਰ ਕਿਸੇ ਨੂੰ ਮਿਲਣ, ਤਾਂ ਹੀ ਉਹਨਾਂ ਦਾ ਪਤਾ ਲੱਗੇਗਾ। ਜੇ ਆਪਾਂ ਸਿਰਫ ਘਰ ਦੇ ਵਿੱਚ ਬੈਠ ਕੇ ਟਵੀਟ ਹੀ ਕਰਨੇ ਆ ਤੇ ਮੈਨੂੰ ਲੱਗਦਾ ਫਿਰ ਖੇਡ ਬਹੁਤ ਲੰਬੀ ਆ। ਜੀ, ਨਵਜੋਤ ਸਿੰਘ ਸਿੱਧੂ ਬਾਰੇ ਤੁਸੀਂ ਜਦੋਂ ਵੀ ਦੇਖੋਗੇ ਕਿ ਉਹ ਆਲੋਚਨਾ ਉਹਨੇ ਖਿੜੇ ਮੱਥੇ ਸਵੀਕਾਰ ਨਹੀਂ ਕਰਦੇ। ਤੁਸੀਂ ਮੀਡੀਆ ਕਰਮੀਆਂ ਦੀ ਉਹਨਾਂ ਨਾਲ ਗੱਲਬਾਤ ਦੇਖੋਗੇ, ਉਹ ਕਿਸੇ ਦਾ ਸਵਾਲ ਉਦਾਂ ਐਜ ਇਟ ਇਜ਼ ਸਵੀਕਾਰ, ਨਾ 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 ਤੈਨੂੰ ਨਹੀਂ ਪਤਾ, ਤੂੰ ਕਰਕੇ ਇਹ ਉਹ ਕਰਕੇ, ਉਹ ਬੰਦੇ ਨੂੰ ਰੋਲ ਦਿੰਦੇ ਆ। ਸਵਾਲ ਮਰਿਆਦਾ ਦਾ ਹੈ। ਇਸੇ ਤਰੀਕੇ ਨਾਲ ਜਿਹੜਾ ਉਹਦਾ ਘੋਰ ਵਿਰੋਧੀ ਆ, ਜਿਹਨੇ ਰਾਜਨੀਤੀ ਨੂੰ ਇੱਕਦਮ ਹੋਰ ਦਿਸ਼ਾ ਚ ਤੋਰਿਆ, ਬਿਕਰਮ ਸਿੰਘ ਮਜੀਠੀਆ, ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਤੁਸੀਂ ਦੇਖੋਗੇ, ਕਿਉਂਕਿ ਮੈਂ ਤਾਂ ਕਦੇ ਕਿਸੇ ਪ੍ਰੈਸ ਕਾਨਫਰੰਸ ਵਿੱਚ ਗਿਆ ਨਹੀਂ, ਕਿਉਂਕਿ ਮੈਂ ਨਾ ਤਾਂ ਜਰਨਲਿਸਟ ਆ, ਨਾ ਮੈਨੂੰ ਲੱਗਦਾ ਕਿ ਮੈਂ ਉਹਨਾਂ ਲੀਆਂ ਤੇ ਅੱਗੇ ਵੱਧ ਸਕਦਾ, ਮੈਨੂੰ ਉਹਦੀ ਸਮਝ ਨਹੀਂ, ਮੇਰੀ ਔਕਾਤ ਨਹੀਂ। ਲੇਕਿਨ ਅਦਰਵਾਈਜ਼ ਮੈਂ ਜਦੋਂ ਇਹਨਾਂ ਨੂੰ ਵੀ ਦੇਖਦਾ, ਬਿਕਰਮ ਸਿੰਘ ਮਜੀਠੀਆ ਵੀ ਕਿਸੇ ਦਾ ਸਵਾਲ ਲੈਣ ਲਈ ਖਿੜੇ ਮੱਥੇ ਨਹੀਂ ਹੁੰਦੇ, ਔਰ ਉਹਨਾਂ ਦੀ ਜਿਹੜੇ ਲਹਿਜਾ ਹੁੰਦਾ ਉਹ ਬੜਾ ਅੱਖੜ ਕਿਸਮ ਦਾ ਹੁੰਦਾ।
ਨਵਜੋਤ ਸਿੰਘ ਸਿੱਧੂ ਉਹਨਾਂ ਨਾਲੋਂ ਬਿਲਕੁਲ ਉਲਟ ਨੇ, ਲੇਕਿਨ ਉਹਨਾਂ ਦਾ ਵੀ ਰਵੱਈਆ ਅਖੜ ਹੁੰਦਾ, ਭਾਵੇਂ ਸ਼ਬਦ ਨਾ ਪਿੱਤ। ਸਵਾਲ ਤਾਂ ਇਹ ਹੈ ਕਿ ਤੁਹਾਨੂੰ ਆਪਣੀ ਸ਼ਖਸੀਅਤ ਨੂੰ ਮੁਕਲੀ ਕਰਨਾ ਪਊਗਾ। ਜੇ ਤੁਸੀਂ ਲੋਕਾਂ ਦੇ ਲੀਡਰ ਹੋ, ਤੁਹਾਨੂੰ ਬਰਦਾਸ਼ਤ ਕਰਨਾ ਸਿੱਖਣਾ ਪਊਗਾ। ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਦੇਖਦੇ ਹੋ, ਉਹ ਜਿੱਥੇ ਬੈਠਦੇ ਆ, ਜੇ 40 ਮਿੰਟ ਬੈਠਦੇ ਆ ਤੇ 38 ਮਿੰਟ ਉਹ ਬੋਲਦੇ ਆ, ਬਾਕੀ 2 ਮਿੰਟ ਕਿਤੇ ਹੋਰ ਨੂੰ ਮਿਲ ਜਾਣ ਤੇ ਵੱਖਰੀ ਗੱਲ ਆ। ਸੋ ਉਹ ਕਹਿੰਦੇ ਕਿ ਮੈਂ ਮੌਨ ਰਹਿਣਾ ਜਾਣਦਾ ਹੈ, ਲੇਕਿਨ ਮੌਨ ਆਪਣੀ ਇੱਛਾ ਨਾਲ, ਕਿ ਮੈਂ ਮੌਨ ਹੋ ਰਿਹਾ 2 ਦਿਨ ਲਈ, ਲੇਕਿਨ ਜਿੱਥੇ ਮੌਨ ਹੋ ਕੇ ਦੂਜਿਆਂ ਨੂੰ ਗ੍ਰਹਿਣ ਕਰਨ ਦੀ ਜਾਂ ਸਮਝਣ ਦੀ ਲੋੜ ਆ, ਉੱਥੇ ਤੁਸੀਂ ਆਪਣੀ ਗੱਲ ਸੁਣਾ ਕੇ ਤੁਰ ਜਾਂਦੇ ਹੋ। ਪੋਲੀਟੀਸ਼ੀਅਨ ਸਿਰਫ ਤੇ ਸਿਰਫ ਵੋਕਲ ਨਹੀਂ ਹੁੰਦਾ, ਪੋਲੀਟੀਸ਼ੀਅਨ ਦੂਜਿਆਂ ਨੂੰ ਅਡਾਪਟ ਵੀ ਕਰਦਾ ਹੈ, ਉਹ ਉਹਨਾਂ ਨੂੰ ਅਪਣਾਉਂਦਾ ਵੀ ਹੈ। ਤੁਹਾਨੂੰ ਲੱਗਦਾ, ਮੈਂ ਜਾਂਦੇ ਜਾਂਦੇ ਇੱਕ ਲਾਈਨ 'ਚ ਗੱਲ ਮੁਕਾਉਣਾ ਚਾਹੂੰਗਾ, ਅਜੇ ਤੱਕ ਨਵਜੋਤ ਸਿੰਘ ਸਿੱਧੂ ਬਤੌਰ ਲੀਡਰ ਪਰਖ ਵਿੱਚ ਨਹੀਂ ਪਏ। ਇਹ ਪਰਖ ਵਿੱਚ ਪੈਣ ਤੋਂ ਬਾਅਦ ਕਿੰਨੇ ਕੁ ਖਰੇ ਹੋਣਗੇ? ਇਹ ਇੱਕ ਅੱਧੀ ਲਾਈਨ 'ਚ, ਮੈਂ ਇਹਦੇ 'ਚ ਤੁਹਾਡਾ ਪੱਖਪਾਤੀ ਰਵੱਈਆ ਨਹੀਂ ਜਾਣਨਾ ਚਾਹੂੰਗਾ, ਮੈਂ ਨਵਜੋਤ ਸਿੰਘ ਸਿੱਧੂ ਦੀ ਸ਼ਖਸੀਅਤ ਨੂੰ ਧਿਆਨ 'ਚ ਰੱਖਦਿਆਂ ਇਹ ਗੱਲ ਕਹੂੰਗਾ ਕਿ ਕੀ ਕਹਿੰਦੇ ਹੋ ਇੱਕ ਲਾਈਨ ਦੇ ਵਿੱਚ? ਅਸੀਂ ਚਾਹੁੰਦੇ ਹਾਂ ਕਿ ਉਹ ਕਾਮਯਾਬ ਹੋਣ। ਹਰ ਕੋਈ ਉਹ ਪੋਲੀਟੀਸ਼ੀਅਨ ਕਾਮਯਾਬ ਹੋਵੇ ਜੋ ਆ ਕੇ ਸੱਚਾਈ ਦੀ ਲੜਾਈ ਲੜਦਾ ਜਾਂ ਸੱਚਾਈ ਦੀ ਗੱਲ ਕਰਦਾ ਜਾਂ ਚਾਹੁੰਦਾ ਕਿ ਪੰਜਾਬ ਅੱਗੇ ਵਧੇ। ਹੋਣਗੇ ਕਿ ਨਹੀਂ ਹੋਣਗੇ, ਹਜੇ ਤੱਕ ਜਿਸ ਤਰ੍ਹਾਂ ਦੇ ਉਹਨਾਂ ਦੀਆਂ ਗੱਲਾਂ ਬਾਤਾਂ, ਉਸ ਤੋਂ ਲੱਗਦਾ ਨਹੀਂ ਹੈ ਰੰਧਾਵਾ ਸਾਹਿਬ, ਕਿਉਂਕਿ ਉਹਨਾਂ ਨੂੰ ਪਹਿਲਾਂ ਸੜਕਾਂ ਤੇ ਆ ਕੇ ਆਪਣਾ ਖੂਨ ਪਸੀਨਾ ਬਹਾਉਣਾ ਪਊਗਾ। ਉਹ ਆ ਕੇ ਲੋਕਾਂ ਦੇ ਵਿੱਚ ਵਿਚਰਨਾ ਪਊਗਾ। ਜਿੰਨਾ ਚਿਰ ਇਹ ਨਹੀਂ ਕਰਨਗੇ, ਉਹਨਾਂ ਚਿਰ ਲੋਕਾਂ ਨੂੰ ਯਕੀਨ ਨਹੀਂ ਹੋਊਗਾ। ਹਾਂ, ਸਾਡੇ ਮਨ ਦੇ ਵਿੱਚ ਭੁਲੇਖੇ ਤੇ ਭਰਮ ਬਣੇ ਜ਼ਰੂਰ ਹੋਏ ਆ ਕਿ ਹੋਣਗੇ, ਲੇਕਿਨ ਲੱਗ ਨਹੀਂ ਰਿਹਾ। ਸਾਬਤ ਕਰਨਾ ਪਊਗਾ। ਸਾਬਤ ਕਰਨ ਲਈ ਉਹਨਾਂ ਕੋਲੇ ਸਮਾਂ ਬਹੁਤ ਥੋੜਾ। ਸਿੱਧੂ ਦੇ ਦਾਅਵਿਆਂ ਤੇ ਅਸੀਂ ਯਕੀਨ ਕਰਦੇ ਹਾਂ, ਇਹ ਅਰਦਾਸ ਕਰਦੇ ਹਾਂ ਕਿ ਉਹ ਇਸੇ ਹੀ ਜ਼ੁਬਾਨ ਤੇ ਕਾਇਮ ਰਹਿ ਕੇ ਪੰਜਾਬ ਲਈ ਕੁਝ ਕਰਨ, ਤੇ ਅਸੀਂ ਚਾਹੁੰਦੇ ਹਾਂ ਕਿ ਉਹ ਕਾਮਯਾਬ ਹੋਣ। ਲੇਕਿਨ ਇਹ ਸਿੱਧੂ ਨੇ ਆਪਣੇ ਸੁਭਾਅ ਦੇ ਵਿੱਚ ਲੈ ਕੇ ਆਉਣਾ ਹੈ ਕਿ ਉਹਨਾਂ ਨੇ ਲੜਨਾ ਹੈ, ਕਿ ਉਹਨਾਂ ਨੇ ਗਿਵ ਅਪ ਕਰਨਾ ਹੈ। ਬਹੁਤ ਮਿਹਰਬਾਨੀ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਰੰਧਾਵਾ ਜੀ।